ਅੱਜ ਦੀ ਇਹ ਕਹਾਣੀ ਹੈ ਇੱਕ ਮਨੀਸ਼ ਨਾਮ ਦੇ ਮੁੰਡੇ ਦੀ, ਜੋ ਇੱਕ ਮਿਡਲ ਕਲਾਸ ਪਰਿਵਾਰ ਵਿੱਚ ਪੈਦਾ ਹੋਇਆ ਤੇ 12ਵੀਂ ਕਲਾਸ ਤੱਕ ਅਵਲ ਹੀ ਆਉਂਦਾ ਜਾ ਰਿਹਾ ਸੀ। ਇੱਕ ਕਮਾਲ ਦਾ ਬੱਚਾ ਜੋ ਪੜ੍ਹਨ ਲਿਖਣ ਵਿੱਚ ਸਭ ਤੋਂ ਅੱਗੇ, ਤੇ ਉਸਦੇ ਪਰਿਵਾਰ ਨੂੰ ਵੀ ਉਸ 'ਤੇ ਮਾਣ ਸੀ ਕਿ ਉਹਨਾਂ ਦਾ ਇਹ ਜਵਾਕ ਜਦੋਂ ਵੱਡਾ ਹੋ ਜਾਵੇਗਾ ਤਾਂ ਕੁਝ ਨਾ ਕੁਝ ਕਮਾਲ ਦਾ ਜ਼ਰੂਰ ਕਰੇਗਾ, ਸਾਡੇ ਪੂਰੇ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗਾ। ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ। ਉਹਨਾਂ ਨੂੰ ਬਸ ਉਸ ਮੁੰਡੇ ਤੋਂ ਹੀ ਉਮੀਦਾਂ ਸੀ ਕਿ ਇੱਕ ਉਹੀ ਅਜਿਹਾ ਸੀ ਉਹਨਾਂ ਦੇ ਪਰਿਵਾਰ ਵਿੱਚ ਜੋ ਉਹਨਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਸੀ। ਪਰ ਉਹ ਮੁੰਡਾ ਜਦੋਂ ਸਕੂਲ ਵਿੱਚੋਂ ਨਿਕਲ ਕੇ ਕਾਲਜ ਵਿੱਚ ਪੜ੍ਹਨ ਲਈ ਗਿਆ ਤਾਂ ਉਸਦੇ ਜ਼ਿੰਦਗੀ ਨੂੰ ਜਿਉਣ ਦੇ ਢੰਗ ਬਦਲ ਗਏ। ਉਸਨੇ ਅਜਿਹੇ ਦੋਸਤ ਬਣਾ ਲਏ ਜਿਨ੍ਹਾਂ ਨੇ ਉਸ ਨੂੰ ਵਿਗਾੜ ਕੇ ਰੱਖ ਦਿੱਤਾ। ਅੱਧੀ ਰਾਤ ਤੱਕ ਮਹਿਫਲਾਂ ਸਜਣ ਲੱਗੀਆਂ। ਘਰ ਵਾਲਿਆਂ ਤੋਂ ਝੂਠ ਬੋਲ ਕੇ ਪੈਸੇ ਮੰਗਵਾਏ ਜਾਣ ਲੱਗੇ। ਹੁਣ ਘਰ ਵਾਲਿਆਂ ਨੂੰ ਸਮਝ ਆਉਣ ਲੱਗ ਗਿਆ ਸੀ ਤਾਂ ਉਹਨਾਂ ਨੇ ਇੱਕ ਦਿਨ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ। ਉਲਟਾ ਮਨੀਸ਼ ਨੇ ਘਰ ਵਾਲਿਆਂ ਨੂੰ ਝਿੜਕ ਦਿੱਤਾ ਕਿ ਤੁਸੀਂ ਮੈਨੂੰ ਗਿਆਨ ਨਾ ਦਿਵੋ, ਮੈਨੂੰ ਸਭ ਪਤਾ ਹੈ ਤੇ ਤੁਹਾਡੇ ਗਿਆਨ ਦੇਣ ਨਾਲ ਕੁਝ ਨਹੀਂ ਹੋਣ ਵਾਲਾ। ਤੁਸੀਂ ਬਸ ਸ਼ਾਂਤ ਰਹੋ, ਮੈਂ ਖੁਦ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜੀ ਲਵਾਂਗਾ। ਇੰਨਾ ਕੁਝ ਸੁਣ ਕੇ ਘਰ ਵਾਲੇ ਢਿੱਲੇ ਪੈ ਗਏ ਤੇ ਕੁਝ ਨਹੀਂ ਬੋਲੇ। 1 ਸਾਲ ਬਾਅਦ ਜਦੋਂ ਰਿਜ਼ਲਟ ਆਇਆ ਤਾਂ ਮਨੀਸ਼ ਇੱਕ ਵਿਸ਼ੇ ਵਿੱਚੋਂ ਫੇਲ ਹੋ ਗਿਆ ਤੇ ਜਦੋਂ ਹੀ ਅਜਿਹਾ ਹੋਇਆ ਤਾਂ ਉਸਦੇ ਸਵੈ-ਮਾਣ ਨੂੰ ਕਾਫੀ ਠੇਸ ਪਹੁੰਚੀ ਕਿ ਜਿਹੜਾ ਮੁੰਡਾ ਸਕੂਲ ਵਿੱਚ ਇੰਨੇ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਆ ਰਿਹਾ ਸੀ, ਉਹੀ ਮੁੰਡਾ ਕਾਲਜ ਵਿੱਚ ਆ ਕੇ ਫੇਲ ਕਿਵੇਂ ਹੋ ਗਿਆ। ਤੇ ਫੇਲ ਹੋ ਜਾਣ ਵਾਲੀ ਗੱਲ ਉਸ ਦੇ ਮਨ ਵਿੱਚ ਇੰਨਾ ਘਰ ਕਰ ਗਈ ਕਿ ਉਸਨੇ ਖੁਦ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਲਿਆ। ਉਹ ਚੁੱਪ ਰਹਿਣ ਲੱਗ ਗਿਆ ਤੇ ਘਰ ਵਾਲਿਆਂ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ। ਇੱਥੋਂ ਤੱਕ ਦੋਸਤਾਂ ਦੇ ਫੋਨ ਵੀ ਚੱਕਣੇ ਬੰਦ ਕਰ ਦਿੱਤੇ ਤੇ ਬਾਹਰ ਆਉਣਾ ਜਾਣਾ ਵੀ ਬੰਦ ਕਰ ਦਿੱਤਾ। ਹੁਣ ਉਹ ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਸਦੀ ਜ਼ਿੰਦਗੀ ਹੁਣ ਰੁਕ ਜਿਹੀ ਗਈ ਹੈ ਤੇ ਸਭ ਖਤਮ ਹੋ ਜਾਵੇਗਾ। ਮਨੀਸ਼ ਜਿਹੜੇ ਸਕੂਲ ਵਿੱਚ ਪੜ੍ਹਦਾ ਸੀ, ਜਿੱਥੋਂ ਉਸਨੇ 12ਵੀਂ ਕਲਾਸ ਪਾਸ ਕਰੀ ਸੀ, ਜਦੋਂ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਮਨੀਸ਼ ਨੂੰ ਆਪਣੇ ਕੋਲ ਮਿਲਣ ਲਈ ਬੁਲਾਇਆ। ਤਾਂ ਉਹ ਚਾਹ ਕੇ ਵੀ ਇਸ ਬੁਲਾਵੇ ਤੋਂ ਇਨਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਪ੍ਰਿੰਸੀਪਲ ਦੀ ਬਹੁਤ ਇੱਜ਼ਤ ਕਰਦਾ ਸੀ। ਤੇ ਉਹ ਇੱਕ ਸ਼ਾਮ ਨੂੰ ਪ੍ਰਿੰਸੀਪਲ ਦੇ ਘਰ ਪਹੁੰਚ ਗਿਆ। ਪ੍ਰਿੰਸੀਪਲ ਸਾਹਿਬ ਆਪਣੇ ਘਰ ਦੇ ਬਗੀਚੇ ਵਿੱਚ ਬੈਠੇ ਅੰਗੀਠੀ ਤੇ ਆਪਣੇ ਹੱਥ ਸੇਕ ਰਹੇ ਸੀ ਕਿਉਂਕਿ ਸਰਦੀ ਦਾ ਮਾਹੌਲ ਸੀ। ਉਹ ਗਿਆ ਤੇ ਉਹਨਾਂ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਨੇ ਮਨੀਸ਼ ਦਾ ਹਾਲ ਚਾਲ ਜਾਣਿਆ ਤੇ ਪੁੱਛਿਆ ਕਿ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਅੱਜ ਕੱਲ੍ਹ। ਉਹ ਚੁੱਪ ਸੀ, ਉਸ ਦੀ ਜ਼ੁਬਾਨ ਹੀ ਨਹੀਂ ਖੁੱਲ੍ਹ ਰਹੀ ਸੀ। ਕੁਝ ਸਮੇਂ ਤੱਕ ਉੱਥੇ ਇੱਕ ਗਹਿਰੀ ਚੁੱਪ ਛਾ ਗਈ। ਦੋਨੋਂ ਹੀ ਕੁਝ ਨਹੀਂ ਬੋਲੇ। ਹੁਣ ਪ੍ਰਿੰਸੀਪਲ ਸਾਹਿਬ ਨੇ ਸੋਚਿਆ ਕਿ ਕੀ ਅਲੱਗ ਕੀਤਾ ਜਾਵੇ ਜਿਸ ਨਾਲ ਮਨੀਸ਼ ਇਸ ਹਾਲਤ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਹਨਾਂ ਨੇ ਕੀ ਕੀਤਾ ਕਿ ਬਲਦੀ ਹੋਈ ਅੰਗੀਠੀ ਵਿੱਚੋਂ ਇੱਕ ਜਲਦੇ ਹੋਏ ਕੋਲੇ ਦੇ ਟੁਕੜੇ ਨੂੰ ਬਾਹਰ ਕੱਢਿਆ ਤੇ ਉਸ ਨੂੰ ਮਿੱਟੀ ਵਿੱਚ ਸੁੱਟ ਦਿੱਤਾ। ਉਹ ਕੋਲਾ ਥੋੜ੍ਹੀ ਦੇਰ ਤੱਕ ਧੁਖਦਾ ਰਿਹਾ ਪਰ ਕੁਝ ਸਮੇਂ ਬਾਅਦ ਹੀ ਬੁਝ ਗਿਆ। ਹੁਣ ਮਨੀਸ਼ ਵੀ ਇਹ ਸਭ ਦੇਖ ਰਿਹਾ ਸੀ। ਉਸਨੇ ਉਹਨਾਂ ਨੂੰ ਪੁੱਛਿਆ ਕਿ ਸਰ, ਤੁਸੀਂ ਇਹ ਕੀ ਕੀਤਾ? ਜਿਹੜਾ ਕੋਲੇ ਦਾ ਟੁਕੜਾ ਅੱਗ ਵਿੱਚ ਭਖ ਰਿਹਾ ਸੀ ਤੇ ਆਪਾਂ ਨੂੰ ਨਿੱਘ ਦੇ ਰਿਹਾ ਸੀ, ਉਸ ਨੂੰ ਤੁਸੀਂ ਬਾਹਰ ਮਿੱਟੀ ਵਿੱਚ ਸੁੱਟ ਕੇ ਬਰਬਾਦ ਕਿਉਂ ਕਰ ਦਿੱਤਾ? ਤਾਂ ਉਹਨਾਂ ਨੇ ਅੱਗਿਓਂ ਜਵਾਬ ਦਿੱਤਾ ਕਿ ਬਰਬਾਦ ਕਿੱਥੇ ਕੀਤਾ ਹੈ, ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ, ਆਪਾਂ ਫਿਰ ਤੋਂ ਇਸ ਨੂੰ ਠੀਕ ਕਰ ਦਿੰਦੇ ਹਾਂ। ਉਹਨਾਂ ਨੇ ਉਸ ਕੋਲੇ ਦੇ ਟੁਕੜੇ ਨੂੰ ਫਿਰ ਤੋਂ ਮਿੱਟੀ ਵਿੱਚੋਂ ਚੁੱਕਿਆ ਤੇ ਫਿਰ ਤੋਂ ਅੱਗ ਵਿੱਚ ਸੁੱਟ ਦਿੱਤਾ। ਥੋੜ੍ਹੀ ਦੇਰ ਬਾਅਦ ਉਹ ਕੋਲਾ ਫਿਰ ਤੋਂ ਜਲਣ ਲੱਗ ਪਿਆ ਤੇ ਗਰਮੀ ਦੇਣ ਲੱਗ ਪਿਆ। ਫਿਰ ਪ੍ਰਿੰਸੀਪਲ ਸਾਹਿਬ ਨੇ ਪੁੱਛਿਆ ਕਿ ਬੇਟਾ ਕੁਝ ਸਮਝ ਵਿੱਚ ਆਇਆ? ਤਾਂ ਉਸਨੇ ਨਾਂ ਵਿੱਚ ਆਪਣਾ ਸਿਰ ਹਿਲਾਇਆ। ਉਹਨਾਂ ਨੇ ਕਿਹਾ ਕਿ ਜੋ ਇਹ ਕੋਲੇ ਦਾ ਟੁਕੜਾ ਹੈ, ਇਹ ਤੂੰ ਹੈ। ਤੂੰ ਜਦ ਅੰਗੀਠੀ ਵਿੱਚੋਂ ਬਾਹਰ ਗਲਤ ਸੰਗਤ ਵਿੱਚ ਗਿਆ, ਮਿੱਟੀ ਵਿੱਚ ਗਿਆ ਤਾਂ ਬੁੱਝ ਗਿਆ, ਪਰ ਤੂੰ ਵਾਪਸ ਆ ਕੇ ਫਿਰ ਤੋਂ ਬਲ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਅੰਗੀਠੀ ਵਿੱਚ ਵਾਪਸ ਆਉਣਾ ਹੋਵੇਗਾ। ਆਪਣੇ ਜਿਉਣ ਦੇ ਢੰਗ ਬਦਲਣੇ ਹੋਣਗੇ, ਆਪਣੇ ਦੋਸਤ ਬਦਲਣੇ ਪੈਣਗੇ। ਬਸ ਇਹੋ ਗੱਲ ਸਮਝਾਉਣ ਲਈ ਮੈਂ ਤੈਨੂੰ ਇੱਥੇ ਬੁਲਾਇਆ ਸੀ।
ਹੁਣ ਉਸ ਨੂੰ ਸਾਰੀ ਗੱਲ ਸਮਝ ਵਿੱਚ ਆ ਗਈ ਤੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਗਈ। ਸਾਡੇ ਵਿੱਚੋਂ ਬਹੁਤ ਲੋਕ ਹੋਣਗੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਸਿਰਫ ਇੱਕ ਘਟਨਾ ਦੀ ਵਜ੍ਹਾ ਨਾਲ ਹੋ ਗਏ ਹੋਣਗੇ। ਹੋ ਸਕਦਾ ਹੈ ਕਿ ਜ਼ਿੰਦਗੀ ਦੇ ਕਿਸੇ ਮੋੜ ਤੇ ਤੁਸੀਂ ਫੇਲ ਹੋ ਗਏ ਹੋਵੋ ਤੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸਭ ਕੁਝ ਬਰਬਾਦ ਹੋ ਗਿਆ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਹੋਣ ਵਾਲਾ। ਪਰ ਜ਼ਿੰਦਗੀ ਹਮੇਸ਼ਾ ਚੱਲਦੀ ਰਹਿੰਦੀ ਹੈ, ਇਸ ਲਈ ਬਸ ਚੱਲਦੇ ਹੀ ਰਹੋ। ਇਹ ਵਿਸ਼ਵਾਸ ਰੱਖੋ ਕਿ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ। ਜੇ ਤੁਹਾਨੂੰ ਲੱਗਦਾ ਹੈ ਕਿ ਫੇਲ ਹੋਣਾ ਬਹੁਤ ਵੱਡੀ ਗੱਲ ਹੈ ਤਾਂ ਇਹ ਸੋਚਣਾ ਹੁਣੇ ਹੀ ਬੰਦ ਕਰ ਦਿਓ। ਫੇਲ ਹੋਣ ਤੋਂ ਬਾਅਦ ਜਾਂ ਡਿੱਗ ਜਾਣ ਤੋਂ ਬਾਅਦ ਫਿਰ ਤੋਂ ਕੱਪੜੇ ਝਾੜ ਕੇ ਖੜੇ ਹੋ ਜਾਣਾ ਸਭ ਤੋਂ ਵੱਡੀ ਤੇ ਕਮਾਲ ਦੀ ਗੱਲ ਹੁੰਦੀ ਹੈ। ਐਸੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਭਰੀਆਂ ਪਈਆਂ ਨੇ ਜਿਹੜੇ ਫੇਲ ਹੋਏ ਤੇ ਉਹਨਾਂ ਨੇ ਕਮਾਲ ਦੀ ਵਾਪਸੀ ਕਰੀ। ਇਸ ਲਈ ਡਿੱਗ ਕੇ ਮੁੜ ਤੋਂ ਖੜੇ ਹੋਣ ਲਈ ਤਿਆਰ ਰਹੋ ਤੇ ਡਿਪਰੈਸ਼ਨ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿਓ। ਹਮੇਸ਼ਾ ਯਾਦ ਰੱਖੋ, ਜੇਕਰ ਤੁਸੀਂ ਕੋਈ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਪੰਜਾਬੀ ਅਲਫਾਜ਼ ਸੁਣ ਰਹੇ ਹੋ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।